ABCD Professional Media. ABCD वर्ल्ड ਵਿੱਚ ਆਪ ਸਭ ਦਾ ਸਵਾਗਤ ਹੈ। ਮੈਂ ਜਗਮੋਹਨ ਸੰਧੂ। ਅੱਜ ਸਾਡੇ ਸਟੂਡੀਓ ਵਿੱਚ ਸਾਡੇ ਨਾਲ ਮੌਜੂਦ ਹਨ ਸਰਦਾਰ ਭਗਤ ਸਿੰਘ ਜੀ ਦੇ ਭਰਾ ਸਰਦਾਰ ਕੁਲਬੀਰ ਸਿੰਘ ਜੀ ਦੇ ਸੁਪੁੱਤਰ ਅਭੈ ਸੰਧੂ ਜੀ। ਆਓ ਇਹਨਾਂ ਨਾਲ ਅੱਜ ਦੇ ਕੁਝ ਕਿਸਾਨੀ ਮੁੱਦਿਆਂ ਤੇ ਗੱਲਬਾਤ ਕਰਦੇ ਹਾਂ, ਕਿਉਂਕਿ ਇੱਕ ਕੁਰਬਾਨੀ ਵਾਲਾ ਪਰਿਵਾਰ ਜੋ ਕਿ ਇਸ ਸਮੇਂ ਜੋ ਕਿਸਾਨਾਂ ਨਾਲ ਦੁਰਦਸ਼ਾ ਕਿਸਾਨਾਂ ਦੀ ਹੋ ਰਹੀ ਹੈ ਔਰ ਸੜਕ ਦੇ ਉੱਤੇ ਕਿਸਾਨ ਉਤਰ ਆਇਆ ਹੈ, ਉਹਦਾ ਦੁੱਖ ਦਰਦ ਅੱਜ ਜਿਸ ਤਰ੍ਹਾਂ ਕਿ ਪਹਿਲੋਂ ਕਿਸੇ ਜ਼ਮਾਨੇ ਵਿੱਚ ਸਰਦਾਰ ਭਗਤ ਸਿੰਘ ਜੀ ਹੁਣਾਂ ਨੇ ਕੁਰਬਾਨੀ ਦੇ ਕੇ ਦਰਦ ਹੰਢਾਇਆ ਸੀ, ਇਹੀ ਦਰਦ ਇਹਨਾਂ ਦੇ ਦਿਲ ਵਿੱਚ ਵੀ ਹੈ। ਆਓ ਇਹਨਾਂ ਨਾਲ ਕੁਝ ਵਿਚਾਰ ਸਾਂਝੇ ਕਰਦੇ ਹਾਂ। ਅਭੈ ਸੰਧੂ ਜੀ, ਤੁਹਾਡਾ ABCD ਵਰਲਡ ਵਿੱਚ ਸਵਾਗਤ ਹੈ। ਬਹੁਤ ਬਹੁਤ ਸ਼ੁਕਰੀਆ ਜੀ, ਧੰਨਵਾਦ। ਅਭੈ ਜੀ, ਜੇਕਰ ਅੱਜ ਜੋ ਕਿਸਾਨੀ ਮੁੱਦਾ ਚੱਲ ਰਿਹਾ ਹੈ ਉਸ ਨੂੰ ਪੁਰਾਣੇ ਜ਼ਮਾਨੇ ਦੇ ਉਸ ਨਾਲ ਜੋੜ ਕੇ ਆਪਾਂ ਵੇਖੀਏ ਤਾਂ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਇਹ ਬੜੀ ਦਰਦ ਭਰੀ ਘਟਨਾ ਹੈ ਜਿਹੜੀ ਅੱਜ ਅਸੀਂ ਦੇਖਣ ਜਾ ਰਹੇ ਹਾਂ, ਜੋ ਦੇਖ ਰਹੇ ਹਾਂ ਕਿ ਅੱਜ ਤੋਂ 114 ਸਾਲ ਪਹਿਲੇ 1906 ਦੇ ਵਿੱਚ ਉਸ ਵੇਲੇ ਦੀ ਸਰਕਾਰ ਨੇ, ਬਰਤਾਨਵੀ ਸਰਕਾਰ ਨੇ ਕਿਸਾਨਾਂ ਉੱਪਰ ਜੁਰਮ ਢਾਏ ਔਰ 3 ਕਾਨੂੰਨ ਬਣਾਏ ਜਿਨ੍ਹਾਂ ਨਾਲ ਉਹਨਾਂ ਦੀ ਜ਼ਮੀਨਾਂ ਖੋਹ ਕੇ ਸਰਮਾਏਦਾਰਾਂ ਨੂੰ ਦੇਣੀਆਂ ਸੀ। ਪਾਣੀ ਦੇ ਉੱਪਰ ਟੈਕਸ ਜਿਹੜਾ ਵਧਾਇਆ ਗਿਆ ਔਰ ਇਹ ਸਾਰਾ ਕਲੋਨਾਈਜ਼ਰ ਦੇ ਉਸ ਟਾਈਮ ਸਿਸਟਮ ਦੇ ਵਿੱਚ ਲਿਆਉਣ ਵਾਸਤੇ ਜ਼ਮੀਨਾਂ ਜਿਹੜੀਆਂ ਕਿਸਾਨਾਂ ਨੂੰ ਦਿੱਤੀਆਂ ਸੀ ਵੀ ਇਹ ਤੁਸੀਂ ਇਹਨੂੰ ਆਬਾਦ ਕਰੋ। ਆਬਾਦ ਹੋਣ ਤੋਂ ਬਾਅਦ ਇਹ ਟੈਕਸ ਬਣਾ ਕੇ ਉਹਨਾਂ ਤੋਂ ਖੋਹਣ ਦਾ ਜਿਹੜਾ ਹੈ ਉਹ ਇੱਕ ਕਾਨੂੰਨ ਬਣਾਏ ਗਏ ਸੀ। ਲੰਬਾ ਸੰਘਰਸ਼ ਹੋਇਆ। ਉਸ ਵੇਲੇ ਸਰਦਾਰ ਅਜੀਤ ਸਿੰਘ ਜੀ ਜਿਹੜੇ ਕਿ ਸਾਡੇ ਦਾਦਾ ਜੀ, ਚਾਚਾ ਜੀ ਸੀਗੇ, ਉਹਨਾਂ ਨੇ ਭਾਰਤ ਮਾਤਾ ਸੁਸਾਇਟੀ ਬਣਾਈ। ਸਰਦਾਰ ਕਿਸ਼ਨ ਸਿੰਘ, ਉਹਨਾਂ ਦੇ ਭਾਈ ਸਰਦਾਰ ਸਵਰਨ ਸਿੰਘ ਜੀ ਔਰ ਹੋਰ ਕੁਝ ਪਤਵੰਤੇ ਜਿਹੜੇ ਸੱਜਣ ਸੀਗੇ, ਸੂਫੀ ਅੰਬਾ ਪ੍ਰਸ਼ਾਦ, ਉਹਨਾਂ ਨੇ ਨਾਲ ਮਿਲ ਕੇ ਇਹ ਸੁਸਾਇਟੀ ਬਣਾ ਕੇ ਇਹ ਸੰਘਰਸ਼ ਕੀਤਾ ਔਰ ਤਕਰੀਬਨ 9 ਮਹੀਨੇ ਇਹ ਸੰਘਰਸ਼ ਚੱਲਦਾ ਰਿਹਾ। ਸ਼ਾਂਤੀਪੂਰਵ ਇਹ ਸਾਰਾ ਸੰਘਰਸ਼ ਚੱਲਿਆ ਔਰ ਉਸ ਵੇਲੇ ਬਹੁਤ ਵੱਡਾ ਇਕੱਠ ਲਾਇਲਪੁਰ 'ਚ ਹੋਇਆ 22 ਮਾਰਚ 1907 ਦੇ ਵਿੱਚ। ਉਹਦੇ ਵਿੱਚ ਲਾਲਾ ਲਾਜਪਤ ਰਾਏ ਵੀ ਸ਼ਾਮਿਲ ਹੋਏ ਔਰ ਹੋਰ ਜਿਹੜੇ ਲੋਕ ਉਹਨਾਂ ਦੇ ਸ਼ਾਮਿਲ ਹੋਣ ਤੇ ਇੱਕ ਉੱਥੇ ਕਵਿਤਾ ਗਾਈ ਗਈ ਜਿਹਦੇ ਪਗੜੀ ਸੰਭਾਲ ਜੱਟਾ ਗਾਣਾ ਗਾਇਆ ਉਹਨਾਂ ਨੇ। ਪਗੜੀ ਸੰਭਾਲ ਜੱਟਾ ਪਗੜੀ ਸੰਭਾਲ ਹੋਏ ਔਰ ਉਹਦੇ ਵਿੱਚ ਉਹ ਇੱਕ ਮੂਵਮੈਂਟ ਦਾ ਨਾਮ ਦਿੱਤਾ ਗਿਆ ਪਗੜੀ ਸੰਭਾਲ ਜੱਟਾ, ਜਿਹੜਾ ਉਸ ਵੇਲੇ ਕਿਸਾਨੀ ਦੇ ਉੱਪਰ ਉਹਨਾਂ ਦੀ ਕਿਸਾਨੀ ਦੀ ਹਾਲਤ ਨੂੰ ਬਿਆਨ ਕੀਤਾ ਗਿਆ ਸੀਗਾ। ਤੇ ਇਹ ਮੂਵਮੈਂਟ ਇੰਨੀ ਜ਼ਿਆਦਾ ਚੱਲੀ ਜਿਸ ਵੇਲੇ ਉੱਥੋਂ ਦੀ ਲਾਇਲਪੁਰ ਦੀ ਜਿਹੜੀ ਐਡਮਿਨਿਸਟ੍ਰੇਸ਼ਨ ਸੀ ਉਹਨੂੰ ਉਮੀਦ ਨਹੀਂ ਸੀ ਕਿ ਇੰਨਾ ਵੱਡਾ ਇਕੱਠ ਹੋ ਜਾਏਗਾ। ਨਾ ਜਾਏ ਮਾਲ ਜੱਟਾ ਪਗੜੀ ਸੰਭਾਲ ਹੋਏ। ਪਰ ਉਹਨਾਂ ਨੇ ਆਰਮੀ ਨੂੰ ਬੁਲਾਇਆ ਔਰ ਆਰਮੀ ਨੇ ਕੋਈ ਐਕਸ਼ਨ ਲੈਣ ਤੋਂ ਮਨਾ ਕਰਤਾ, ਜਿਸ ਤੇ ਸਰਕਾਰ ਜਿਹੜੀ ਹੈ ਉਹ ਘਬਰਾ ਗਈ। ਤੇ ਇਹ ਅਲਟੀਮੇਟਲੀ ਤਿੰਨੋਂ ਕਾਨੂੰਨ ਦੇ ਵਿੱਚ ਉਦੋਂ ਵੀ ਉਹ ਕਹਿੰਦੀ ਕਿ ਸਰਕਾਰ ਵੀ ਅਸੀਂ ਸੰਸ਼ੋਧਨ ਕਰ ਦਿੰਦੇ ਹਾਂ, ਇਹਨੂੰ ਸੋਧ ਦਿੰਦੇ ਹਾਂ ਜੋ ਕੁਝ ਤੁਹਾਨੂੰ ਕਮੀਆਂ ਪੇਸ਼ੀਆਂ ਲੱਗਦੀਆਂ, ਪਰ ਉਹ ਸਾਰੇ ਅੜੇ ਰਹੇ ਔਰ ਅਖੀਰ ਤੇ ਇਹ 9 ਮਹੀਨੇ ਦੇ ਸੰਘਰਸ਼ ਤੋਂ ਬਾਅਦ ਉਹ ਕਾਨੂੰਨ ਜਿਹੜੇ ਆ ਉਹ ਰੱਦ ਕੀਤੇ ਗਏ। आसमां को भी वो झुकाए यारो जो कभी भी हिम्मत ना हारे। ਅੱਜ ਵੀ ਉਹੋ ਜਿਹੇ ਹਾਲਾਤ ਲੱਗਦੇ ਨੇ ਕਿ ਜਿਹੜੇ 3 ਕਾਨੂੰਨ ਸਰਕਾਰ ਲੈ ਕੇ ਆਈ ਹੈ, ਇੱਕ ਤੇ ਕੋਆਪਰੇਟ ਘਰਾਣਿਆਂ ਨੂੰ ਫਾਇਦਾ ਦੇਣ ਵਾਸਤੇ ਔਰ ਕਿਸਾਨੀ ਨੂੰ ਫਿਰ ਬੰਧਕ ਬਣਾਉਣ ਵਾਸਤੇ ਇਹ ਲਿਆਂਦੇ ਗਏ ਹੈ ਔਰ ਇਹਦੇ ਵਾਸਤੇ ਸ਼ਾਂਤਮਈ ਸੰਘਰਸ਼ ਚੱਲ ਰਿਹਾ ਪਿਛਲੇ 2-3 ਮਹੀਨੇ ਤੋਂ ਔਰ ਤਕਰੀਬਨ 30-35 ਜਿਹੜੇ ਕਿਸਾਨ ਨੇ ਉਹ ਆਪਣੀ ਜਾਨਾਂ ਇਸ ਸੰਘਰਸ਼ ਦੇ ਵਿੱਚ ਦੇ ਚੁੱਕੇ ਨੇ। ਬਹੁਤ ਅਫਸੋਸ ਦੀ ਗੱਲ ਹੈ ਕਿ ਸਰਕਾਰ ਕਿਸੇ ਪਾਸੇ ਸੁਣਨ ਨੂੰ ਤਿਆਰ ਨਹੀਂ ਹੈ। ਸਰਕਾਰ ਇਸ ਗੱਲ ਨੂੰ ਮੰਨਦੀ ਵੀ ਹੈ ਵੀ ਇਹਦੇ 'ਚ ਕਮੀਆਂ ਨੇ, ਪਰ ਇਹਨੂੰ ਵਾਪਸ ਲੈਣ ਨੂੰ ਤਿਆਰ ਨਹੀਂ। ਮੈਂ ਅਪੀਲ ਕਰਾਂਗਾ ਸਰਕਾਰ ਨੂੰ ਕਿ ਇਹਨੂੰ ਜਲਦੀ ਤੋਂ ਜਲਦੀ ਕੋਈ ਇਹਦਾ ਹੱਲ ਕੀਤਾ ਜਾਵੇ ਤਾਂ ਕਿ ਜਿਹੜੇ ਕਿਸਾਨ ਨੇ ਉਹ ਆਪਣੀਆਂ ਜਾਨਾਂ ਇਸ ਬਾਰੇ ਨਾ ਦੇਣ ਤੇ ਇਹ ਸੰਘਰਸ਼ ਜਿਹੜਾ ਹੈ ਜਲਦੀ ਤੋਂ ਜਲਦੀ ਮੁੱਕਣਾ ਚਾਹੀਦਾ ਹੈ। ਅਭੈ ਜੀ, ਜਿਸ ਤਰ੍ਹਾਂ ਕਿ ਤੁਸੀਂ ਕਿਹਾ ਕਿ ਉਸ ਸਮੇਂ
ਪੱਗੜੀ ਸਵਾਲ ਜੱਟਾਂ ਨਾਂ ਦਾ ਇੱਕ ਨਾਅਰਾ ਦਿੱਤਾ ਗਿਆ ਸੀ, ਮੂਵਮੈਂਟ ਚੱਲ ਗਈ ਸੀ। ਤੇ ਇਸ ਟਾਈਮ ਵੀ ਜੋ ਸਾਡਾ ਕਿਸਾਨ ਹੈ ਉਹ ਵੀ ਆਪਣੀ ਪੱਗ ਬਚਾਉਣ ਵਾਸਤੇ ਹੀ ਦਿੱਲੀ ਦੀਆਂ ਸੜਕਾਂ ਦੇ ਉੱਤੇ ਇਸ ਭਾਰੀ ਠੰਡ ਵਿੱਚ ਬੈਠਾ ਹੋਇਆ ਹੈ। ਇਸ ਕਿਸਾਨ ਦੀ ਪੱਗੜੀ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅੱਜ? बांधा किसने तेज हवा को, वक्त को किसने देखा, मेहनत से ही बदलेगी तेरे हाथों की रेखा। ਦੇਖੋ, ਇਹ ਇੱਕ ਕਿਸਾਨ ਦੀ ਪਗੜੀ ਜਿਹੜੀ ਹੈ ਉਹ ਸਭ ਤੋਂ ਵੱਡੀ ਇੱਕ ਉਹਦੀ ਸ਼ਾਨ ਹੈ, ਔਰ ਉਸ ਸ਼ਾਨ ਨੂੰ ਖਤਮ ਕਰਨ ਦੀ ਜਿਹੜੀ ਸਰਕਾਰ ਇਹ ਕਰ ਰਹੀ ਹੈ। ਅੱਜ ਹੋਣ ਦੀ ਇਹ ਲੜਾਈ ਹੈ। ਜੇ ਜ਼ਮੀਨ ਨਹੀਂ ਰਹੇਗੀ ਕਿਸਾਨ ਕੋਲ ਤੇ ਉਹ ਕਿਸੇ ਜੋਗਾ ਨਹੀਂ ਹੈ, ਔਰ ਇਹ ਕਾਨੂੰਨਾਂ ਦੇ ਮੁਤਾਬਕ ਕਿਸਾਨ ਆਪਣੀ ਜ਼ਮੀਨ ਤੇ ਕਿਸੇ ਵੇਲੇ ਉਹਨੂੰ ਮਜ਼ਦੂਰੀ ਕਰਨੀ ਪਏਗੀ। ਇਹੋ ਜਿਹੇ ਹਾਲਾਤ ਬਣਨ ਦੀ ਖਦਸ਼ੇ ਨੇ, ਤੇ ਇਹਨਾਂ ਚੀਜ਼ਾਂ ਨੂੰ ਜਿਹੜਾ ਹੈ ਉਹ ਜਲਦੀ ਮੁਕਾਉਣਾ ਚਾਹੀਦਾ ਹੈ। ਇੱਕ ਸਿੰਘ ਦੀ ਜਾਂ ਜ਼ਿਮੀਂਦਾਰ ਦੀ ਪਗੜੀ ਸਭ ਤੋਂ ਵੱਡੀ ਸ਼ਾਨ ਹੈ, ਔਰ ਉਹ ਸ਼ਾਨ ਨੂੰ ਬਚਾਉਣ ਵਾਸਤੇ ਹੀ ਅੱਜ ਸਾਰੇ ਲੋਕ ਜਿਹੜੇ ਸੰਘਰਸ਼ ਕਰ ਰਹੇ ਨੇ, ਖਾਸ ਤੌਰ ਤੇ ਨੌਜਵਾਨ, ਉਹ ਇਸ ਵੇਲੇ ਬਹੁਤ ਜ਼ਿਆਦਾ ਫਰਸਟ੍ਰੇਟਡ ਹੋਏ ਸੀ ਸਾਰੇ ਸਿਸਟਮ ਤੋਂ, ਔਰ ਉਹਨਾਂ ਉੱਪਰ ਇਹ ਹੋਰ ਇੱਕ ਕਾਨੂੰਨ ਲੱਦਣ ਦੀ ਗੱਲ ਆ ਰਹੀ ਹੈ, ਤੇ ਇਹਨੂੰ ਜਲਦੀ ਤੋਂ ਜਲਦੀ ਖਤਮ ਕਰਨਾ ਚਾਹੀਦਾ ਹੈ। ਅਬੇ ਜੀ, ਕੀ ਲੱਗਦਾ ਇਹ ਕਿ ਜੋ ਵੀ ਇਹ ਮਤਲਬ ਕਾਨੂੰਨ ਬਣਾਇਆ ਗਿਆ ਹੈ, ਇਹ ਕਿਸੇ ਇੱਕ ਖਾਸ ਕਮਿਊਨਿਟੀ ਦੀ ਝੋਲੀ ਵਿੱਚ ਪਾਉਣ ਵਾਸਤੇ ਸਭ ਕੁਝ ਕੀਤਾ ਗਿਆ? ਦੇਖੋ, ਇਹ ਕਾਨੂੰਨ ਬਣੇ ਐਸੇ ਵਾਸਤੇ ਨੇ ਕਿਉਂਕਿ ਜਿਵੇਂ ਮਾਹੌਲ ਬਣਿਆ ਸੀਗਾ ਪਿਛਲੇ 8-10 ਮਹੀਨਿਆਂ ਤੋਂ, ਕੋਵਿਡ ਦੇ ਨਾਂ ਦੇ ਉੱਪਰ ਇੱਕ ਇੰਨੀ ਦਹਿਸ਼ਤ ਸੀ, ਲੋਕ ਘਰਾਂ ਦੇ ਵਿੱਚ ਬੰਦ ਸੀਗੇ। ਉਸ ਵੇਲੇ ਇਹਦਾ ਆਰਡੀਨੈਂਸ ਜਾਰੀ ਹੋਇਆ, ਔਰ ਬਿਨਾਂ ਬਹਿਸ ਦੇ ਰਾਜ ਸਭਾ 'ਚ ਪਾਸ ਹੋਇਆ। ਦੂਜੀ ਗੱਲ, ਜੋ ਐਕਸਪਰਟ ਦੱਸਦੇ ਨੇ ਜਾਂ ਜੋ ਸੰਵਿਧਾਨ ਦੇ ਮੁਤਾਬਕ ਹੈ ਕਿ ਖੇਤੀ ਜਿਹੜੀ ਹੈ ਉਹ ਰਾਜਾਂ ਦਾ ਵਿਸ਼ੇ ਹੈਗਾ, ਇਹਦੇ ਤੇ ਕੇਂਦਰ ਨੂੰ ਕੋਈ ਫੈਸਲਾ ਕਰਨ ਦਾ ਹੱਕ ਨਹੀਂ ਹੈਗਾ। ਔਰ ਉਹ ਚੀਜ਼ਾਂ ਪਤਾ ਨਹੀਂ ਕਿਸ ਮਜਬੂਰੀ ਦੇ ਵਿੱਚ ਜਾਂ ਕਿਸ ਹਾਲਾਤ ਦੇ ਵਿੱਚ ਇਹਨਾਂ ਨੂੰ ਕਰਨਾ ਪਿਆ। ਇੰਨੀ ਐਮਰਜੈਂਸੀ ਕਿਹੜੀ ਸੀਗੀ ਕਿ ਇੰਨੇ ਸਾਲਾਂ ਤੋਂ ਇਹ ਸਿਸਟਮ ਜਿਹੜਾ ਚੱਲ ਰਿਹਾ ਸੀ, ਜ਼ਿਮੀਂਦਾਰਾਂ ਦਾ, ਆੜ੍ਹਤੀਆਂ ਦਾ, ਇਹ ਸਾਰਾ ਜਿਹੜਾ MSP ਦੀ ਗੱਲ ਕਰ ਲਈਏ, ਖਾਸ ਤੌਰ ਤੇ ਪੰਜਾਬ ਹਰਿਆਣਾ ਦੇ ਵਿੱਚ ਇਹ ਬਹੁਤ ਇਫੈਕਟਿਵ ਹੈ। ਜੇ ਕੱਲ੍ਹ ਨੂੰ ਖਤਮ ਹੁੰਦਾ ਹੈ ਤੇ ਕਿਸਾਨੀ ਬਿਲਕੁਲ ਖਤਮ ਹੋ ਜਾਏਗੀ। ਜਿਸ ਤਰ੍ਹਾਂ ਕਿ ਦੇਖਿਆ ਗਿਆ ਹੈ ਕਿ ਇੱਕ ਰਾਜਾ ਜੋ ਕਿ ਪ੍ਰਜਾ ਦੇ ਦੁੱਖ ਸੁੱਖ ਦਾ ਵਾਲੀ ਵਾਰਸ ਹੁੰਦਾ, ਪਰ ਹੁਣ ਇਸ ਸਮੇਂ ਜਦੋਂ ਸਾਰੀ ਪ੍ਰਜਾ ਉਸ ਰਾਜੇ ਦੇ ਦਰਬਾਰ ਤੇ ਜਾ ਕੇ ਬੈਠ ਗਈ ਆ, ਤੇ ਮੈਨੂੰ ਨਹੀਂ ਲੱਗਦਾ ਕਿ ਉਹਦੇ ਕੰਨ ਤੇ ਕੋਈ ਜੂਨ ਸਰਕ ਰਹੀ ਆ। ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਦੇਖੋ, ਮੈਂ ਜੋ ਸੋਚਦਾ, ਮੈਂ ਜਦ ਦੇਖ ਰਹੇ ਹਾਂ ਜੋ ਹਾਲਾਤ ਨੇ, ਸਰਕਾਰ ਵੀ ਕੋਈ ਸੌਖੀ ਨਹੀਂ ਉਹਨਾਂ ਨੂੰ ਆਪਣੇ ਆਪ ਨੂੰ ਸੰਭਾਲਣਾ ਹੈ। ਉਹ ਆਪਣੇ ਥਾਂ ਤੇ ਵੀ ਬਹੁਤ ਪਰੇਸ਼ਾਨੀਆਂ ਸਰਕਾਰਾਂ ਨੂੰ ਹੋ ਰਹੀਆਂ ਨੇ ਇਸ ਚੀਜ਼ ਦੀਆਂ ਕਿ ਇਹਨੇ ਜੋ ਉਮੀਦ ਤੋਂ ਵੱਧ ਉੱਥੇ ਲੋਕ ਲੱਖਾਂ ਦੀ ਤਾਦਾਦ ਦੇ ਵਿੱਚ ਪਹੁੰਚੇ ਹੋਏ ਨੇ, ਦਿੱਲੀ ਸਾਰੀ ਘੇਰੀ ਹੋਈ ਹੈ, ਪਰ ਕਿਉਂ ਨਹੀਂ ਇਸ ਚੀਜ਼ ਦਾ ਫੈਸਲਾ ਲੈ ਪਾ ਰਹੇ, ਇਹ ਬਿਹਤਰ ਉਹੀ ਜਾਣਦੇ ਨੇ। ਕੀ ਉਹਨਾਂ ਦੇ ਪ੍ਰੈਸ਼ਰ ਨੇ, ਕੀ ਉਹਨਾਂ ਦੇ ਹਾਲਾਤ ਅੰਦਰਲੇ ਨੇ, ਕਿ ਉਹਨਾਂ ਦੀ ਮਜਬੂਰੀਆਂ। ਉਹਨਾਂ ਦਾ ਮੰਤਰੀ ਵੀ ਇਹ ਕਹਿੰਦਾ ਕਿ ਹਾਂਜੀ ਅਸੀਂ ਤਾਂ ਉਹਨਾਂ ਤੁਹਾਡਾ ਤਾਂ ਹੈਗਾ ਦਬਾਅ, ਕੱਲ੍ਹ ਨੂੰ ਦੂਸਰੇ ਕਾਰਪੋਰੇਟ ਘਰਾਣਿਆਂ ਦਾ ਸਾਡੇ 'ਤੇ ਦਬਾਅ ਆਏਗਾ। ਇੱਥੋਂ ਤੱਕ ਉਹਨਾਂ ਨੇ ਓਪਨਲੀ ਕਹਿ ਦਿੱਤਾ ਹੈ। ਤੇ ਉਹਨੂੰ ਦਬਾਅ ਉਹਨਾਂ ਨੂੰ ਜਨਤਾ ਦਾ ਲੈਣਾ ਚਾਹੀਦਾ ਹੈ ਜਾਂ ਕੋਆਪਰੇਟਿਵ ਘਰਾਣਿਆਂ ਦਾ ਲੈਣਾ ਚਾਹੀਦਾ ਹੈ, ਇਹ ਦੇਖਣ ਵਾਲੀ ਗੱਲ ਹੈ ਵੀ ਕਿੰਨੀ ਲੜਾਈ ਕਦੋਂ ਚੱਲ ਸਕਦੀ ਹੈ। ਵੈਸੇ ਤਾਂ ਬਹੁਤ ਸ਼ਾਂਤਮਈ ਤਰੀਕੇ ਨਾਲ ਸਾਡੇ ਜੋ ਕਿਸਾਨ ਵੀਰ ਹਨ ਉਹ ਇਸ ਸੰਘਰਸ਼ ਵਿੱਚ ਰੁੱਝੇ ਹੋਏ ਹਨ, ਫਿਰ ਵੀ ਤੁਸੀਂ ਉਹਨਾਂ ਦੀ ਹੌਸਲਾ ਅਫਜ਼ਾਈ ਵਾਸਤੇ ਕੀ ਲਫ਼ਜ਼ ਉਹਨਾਂ ਨੂੰ ਕਹਿਣਾ ਚਾਹੋਗੇ? ਦੇਖੋ, ਮੈਂ ਤਾਂ ਇਹ ਕਹਾਂਗਾ ਕਿ ਅਸੀਂ ਜੋ ਸੰਘਰਸ਼ ਦੇ ਵਿੱਚ ਲੋਕ ਲੱਗੇ ਨੇ ਔਰ ਉੱਥੇ ਬੈਠੇ ਨੇ ਇਸ ਠੰਡ ਦੇ ਵਿੱਚ ਵੀ, ਔਰ ਸ਼ਾਂਤੀਮਈ ਤਰੀਕੇ ਨਾਲ ਲੜਾਈ ਲੜ ਰਹੇ ਨੇ, ਸਾਨੂੰ ਕੋਈ ਮੌਕਾ ਨਹੀਂ ਦੇਣਾ ਚਾਹੀਦਾ ਸਰਕਾਰ ਨੂੰ ਕਿ ਅਸੀਂ ਇਸ ਸੰਘਰਸ਼ ਨੂੰ ਉਹ ਤਹਿਸ-ਨਹਿਸ ਕਰਨ, ਇਹਨੂੰ ਡਿਸਟਰੋਏ ਕਰਨ। ਔਰ ਸੁਪਰੀਮ ਕੋਰਟ ਨੇ ਵੀ ਇਹ ਕਹਿ ਦਿੱਤਾ ਵੀ ਸ਼ਾਂਤਮਈ ਢੰਗ ਨਾਲ ਪ੍ਰੋਟੈਸਟ ਕਰ ਸਕਦੇ ਹੋ, ਔਰ ਦੂਜੇ ਪਾਸੇ ਸਰਕਾਰ ਨੂੰ ਵੀ ਹਦਾਇਤ ਦਿੱਤੀ ਹੈ ਵੀ ਕਿਸੇ ਤਰ੍ਹਾਂ ਦਾ ਜ਼ੋਰ ਜ਼ਬਰਦਸਤੀ ਜਿਹੜੀ ਹੈ ਉਹ ਨਹੀਂ ਕਰਨੀ। ਤੇ ਉਸ ਦੇ ਬਾਵਜੂਦ ਅਸੀਂ ਮੌਕਾ ਨਾ ਦਈਏ, ਸੰਘਰਸ਼ਮਈ ਤਰੀਕੇ ਨਾਲ, ਸ਼ਾਂਤਮਈ ਤਰੀਕੇ ਦੇ ਨਾਲ ਇਸ ਸੰਘਰਸ਼ ਨੂੰ ਅੱਗੇ ਲੈ ਕੇ ਜਾਈਏ, ਔਰ ਰਿਜ਼ਲਟ ਜੋ ਹੈ ਉਹ ਪੋਜ਼ਿਟਿਵ ਆਉਣਗੇ, ਇਹ ਉਮੀਦ ਕਰਦਾ। ਅਬੇ ਸੰਧੂ ਹੋਣਾ ਦਾ ਕਹਿਣਾ ਹੈ ਕਿ ਸਾਰੇ ਕਿਸਾਨ ਵੀਰਾਂ ਨੂੰ ਇੱਕ ਮੈਸੇਜ ਹੈ ਕਿ ਇਸ ਸੰਘਰਸ਼ ਨੂੰ ਬਹੁਤ ਸ਼ਾਂਤਮਈ ਤਰੀਕੇ ਨਾਲ ਕੀਤਾ ਜਾਵੇ,
ਕਿਉਂਕਿ ਹਾਲਾਂਕਿ ਇਹ ਇੱਕ ਗਰਮ ਖੂਨ ਹੈ, ਜਿਸ ਖੂਨ ਨੇ ਸਰਦਾਰ ਭਗਤ ਸਿੰਘ ਹੋਣਾ ਰਾਹੀਂ ਇੱਕ ਨਾਅਰਾ ਮਾਰ ਕੇ ਆਪਣੀ ਕੁਰਬਾਨੀ ਦਿੱਤੀ ਸੀ। ਪਰ ਫਿਰ ਵੀ ਇਹਨਾਂ ਦਾ ਮੈਸੇਜ ਹੈ ਕਿ ਇਸ ਸੰਘਰਸ਼ ਨੂੰ ਬਹੁਤ ਸ਼ਾਂਤਮਈ ਤਰੀਕੇ ਨਾਲ ਕੀਤਾ ਜਾਵੇ। ਔਰ ਅਭੈ ਸੰਧੂ ਹੋਣਾ ਦਾ ਸਾਡੇ ਸਟੂਡੀਓ ਵਿੱਚ ਆਉਣ ਤੇ ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ। ਧੰਨਵਾਦ ਜੀ, ਬਹੁਤ ਬਹੁਤ ਸ਼ੁਕਰੀਆ।